Mama. Check your mic. Who is this? Good afternoon, students. ਪਹਿਲਾਂ ਅਸੀਂ ਅੱਜ ਗਿਣਤੀ ਕਰਾਂਗੇ। ਤੁਸੀਂ 3rd ਕਲਾਸ ਦੇ ਵਿੱਚ 1 ਤੋਂ ਲੈ ਕੇ 30 ਤੱਕ ਗਿਣਤੀ ਕੀਤੀ ਹੈ। ਹੁਣ PT 1 ਦੇ ਵਿੱਚ ਅਸੀਂ 31 ਤੋਂ ਲੈ ਕੇ 40 ਤੱਕ 31, ਠੀਕ ਹੈ। तो सब तो पहले ध्यान नाल देखनी है। 31 ਨੂੰ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ 31। ਹੁਣ ਬੇਟੇ ਸਪੈਲਿੰਗ ਦੇਖੋ, ਜਦੋਂ ਅਸੀਂ ਇੱਕ ਲਿਖਦੇ ਹਾਂ ਇੱਕ, ਤਾਂ ਈੜੀ ਨੂੰ ਸਿਹਾਰੀ ਉੱਪਰ ਅੱਧਕ, ਇਹ ਅੱਧਕ ਈੜੀ ਦੇ ਉੱਪਰ ਹੁੰਦਾ ਹੈ। ਲੇਕਿਨ ਜਦੋਂ ਅਸੀਂ 31 ਲਿਖਣਾ ਹੈ ਤਾਂ ਈੜੀ ਨੂੰ ਸਿਹਾਰੀ ਅੱਧਕ ਕੱਕੇ ਉੱਪਰ ਆ ਗਿਆ। ਜੋ ਅੱਧਕ ਹੈ ਉਹ ਈੜੀ ਉੱਤੇ ਨਹੀਂ, ਕੱਕੇ ਉੱਪਰ ਆ ਗਿਆ। ਕੱਕੇ ਤੇ ਅੱਧਕ, ਤੱਤੇ ਨੂੰ ਬਿਹਾਰੀ 31, ਕਿਉਂਕਿ ਇੱਥੇ ਦੋਹਰੀ ਆਵਾਜ਼ ਕਿਹਦੀ ਹੈ? ਹਾਂਜੀ ਬੱਚੇ, ਤੇ ਸਟ੍ਰੈਸ ਦੇ ਕੇ ਬੋਲ ਰਹੇ ਹਾਂ ਤਾਂ ਇੱਥੇ ਈੜੀ ਦੇ ਉੱਪਰ ਨਹੀਂ, ਕੱਕੇ ਦੇ ਉੱਪਰ ਅੱਧਕ ਹੈ, ਠੀਕ ਹੈ। 31। 32 ਨੂੰ ਕਿਹਾ ਜਾਂਦਾ ਹੈ 32, ਬੱਬੇ ਤੇ ਅੱਧਕ, ਤੱਤਾ ਬਿਹਾਰੀ 32। 33 33, ਤੱਤੇ ਲਾਵਾਂ ਤੇ, ਤੱਤਾ ਬਿਹਾਰੀ 30 33। 34 34, 34 34। 35 35, ਪੱਪੇ ਨੂੰ ਦੁਲਾਵਾਂ ਉੱਤੇ ਬਿੰਦੀ, ਤੱਤਾ ਬਿਹਾਰੀ 35। 36 ਨੂੰ 36 ਕਹਾਂਗੇ। ਬੱਚੇ ਜਦੋਂ ਅਸੀਂ 36 ਲਿਖਦੇ ਹਾਂ, ਕਈ ਬੱਚੇ ਸੱਸੇ ਪੈਰ ਬਿੰਦੀ ਜੋ ਸ਼ ਹੈ ਨਾ ਉਹ ਲਿਖਦੇ ਨੇ। ਇੱਥੇ ਛੱਛਾ ਛਤਰੀ ਦੇ ਨਾਲ 36 ਲਿਖਿਆ ਜਾਂਦਾ ਹੈ। ਛੱਛੇ ਤੇ ਅੱਧਕ, ਤੱਤਾ ਬਿਹਾਰੀ 36। 37 37, ਸੱਸੇ ਨੂੰ ਦੁਲਾਵਾਂ ਉੱਤੇ ਬਿੰਦੀ, ਤੱਤਾ ਬਿਹਾਰੀ 37। 38 38। ਹੁਣ ਬੇਟਾ 38 ਦੇ ਸਪੈਲਿੰਗ ਦੇਖੋ, ਜਦੋਂ ਅਸੀਂ 8 ਲਿਖਦੇ ਹਾਂ ਤਾਂ ਐੜੇ ਤੇ ਅੱਧਕ ਠੱਠਾ 8 ਹੁੰਦਾ ਹੈ। ਲੇਕਿਨ ਜਦੋਂ ਅਸੀਂ 38 ਲਿਖਦੇ ਹਾਂ, ਅੱਧਕ ਠੱਠੇ ਉੱਪਰ ਆਵੇਗਾ। ਐੜਾ ਠੱਠੇ ਤੇ ਅੱਧਕ, ਤੱਤਾ ਬਿਹਾਰੀ 38, ਅੱਧਕ ਐੜੇ ਉੱਪਰ ਨਹੀਂ, ਠੱਠੇ ਉੱਪਰ ਆਉਣੀ ਹੈ। 39 39, ਊੜੇ ਨੂੰ ਔਂਕੜ, ਨੰਨਾ ਤੱਤੇ ਕੰਨਾ, ਲੱਲਾ ਬਿਹਾਰੀ 39। 40 40, ਚੱਚੇ ਕੰਨਾ, ਲੱਲੇ ਪੈਰ ਬਿੰਦੀ ਬਿਹਾਰੀ 40। ਸਿੰਪਲ ਲੱਲਾ ਨਹੀਂ ਲਿਖਣਾ, ਇੱਥੇ ਲੱਲੇ ਪੈਰ ਬਿੰਦੀ ਆਉਣੀ ਹੈ, ਠੀਕ ਹੈ। ਹੁਣ ਜਲਦੀ ਰੀਡ ਕਰ ਲਈਏ। 31 31, 32 आदित्य शर्मा, बेटे चेक योर माइक। आदित्य शर्मा, फतेहदीप, आदित्य शर्मा बेटे म्यूट योरसेल्फ। विजेंद्र, विजेंद्र गुड। 31 31, 32 32, 33 33, 34 34, 35 35, 36 36, 37 37, 38 38, 39 39, 40 40 40 40। क्लास लग दिया। Check your mic. ਜੋ ਅੱਜ ਅਸੀਂ ਬਿਨੇ ਪੱਤਰ ਕਰਨ ਜਾ ਰਹੇ ਹਾਂ। ਤੁਹਾਡਾ ਨਾਮ ਯੁਵਰਾਜ ਹੈ, ਉੱਪਰ ਸਿਚੁਏਸ਼ਨ ਦਿੱਤੀ ਹੋਈ ਹੈ, ਤੁਹਾਡਾ ਨਾਮ ਯੁਵਰਾਜ ਹੈ। ਇੱਥੇ ਵਿਦਿਆਰਥੀ ਦਾ ਨਾਮ ਦਿੱਤਾ ਹੋਇਆ ਹੈ। ਤੁਸੀਂ MGN ਪਬਲਿਕ ਸਕੂਲ ਜਲੰਧਰ, ਸਕੂਲ ਦਾ ਨਾਮ ਕੀ ਹੈ? MGN ਪਬਲਿਕ ਸਕੂਲ ਜਲੰਧਰ ਦੇ ਵਿੱਚ 4ਥੀ ਜਮਾਤ ਦੇ ਵਿਦਿਆਰਥੀ ਹੋ। ਕਲਾਸ ਵੀ ਦਿੱਤੀ ਹੋਈ ਹੈ 4ਥੀ। ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਆਚਰਨ ਸਰਟੀਫਿਕੇਟ ਲੈਣ ਲਈ ਪੱਤਰ ਲਿਖੋ। ਆਚਰਨ ਸਰਟੀਫਿਕੇਟ ਕੀ ਹੁੰਦਾ ਹੈ? ਕਰੈਕਟਰ ਸਰਟੀਫਿਕੇਟ, ਜੋ ਕਿ ਸਕੂਲ ਵੱਲੋਂ ਦਿੱਤਾ ਜਾਂਦਾ ਹੈ ਜਿੱਥੇ ਤੁਸੀਂ ਪੜ੍ਹ ਰਹੇ ਹੋ। ਉਸ
ਦੇ ਵਿੱਚ ਤੁਹਾਡੇ ਆਚਰਣ ਬਾਰੇ ਲਿਖਿਆ ਜਾਂਦਾ ਹੈ ਕਿ ਤੁਸੀਂ ਕਿੰਨੇ ਰੈਗੂਲਰ ਹੋ, ਕਿੰਨੇ ਮਿਹਨਤੀ ਹੋ, ਯਾਨੀ ਕਿ ਜੋ ਤੁਹਾਡੀਆਂ ਗੁੱਡ ਕੁਆਲਿਟੀਜ਼ ਹਨ ਉਹ ਇਹਦੇ ਵਿੱਚ ਮੈਂਸ਼ਨ ਕੀਤੀਆਂ ਹੁੰਦੀਆਂ ਹਨ ਆਚਰਣ ਸਰਟੀਫਿਕੇਟ ਵਿੱਚ। ਠੀਕ ਹੈ। ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਆਚਰਣ ਸਰਟੀਫਿਕੇਟ ਲੈਣ ਲਈ ਪੱਤਰ ਲਿਖੋ। ਸਭ ਤੋਂ ਪਹਿਲਾਂ ਆਰੰਭ ਭਾਗ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਇੱਕ ਬਿਨੈ ਪੱਤਰ ਦੇ ਵਿੱਚ 3 ਭਾਗ ਹੁੰਦੇ ਹਨ, 3 ਪਾਰਟਸ ਹੁੰਦੇ ਹਨ। ਆਰੰਭ ਭਾਗ ਜੋ ਸਟਾਰਟਿੰਗ ਵਾਲਾ ਹਿੱਸਾ ਹੁੰਦਾ ਹੈ, ਇਹਦੇ ਟੋਟਲ 7 ਸਟੈਪਸ ਹੁੰਦੇ ਹਨ। ਫਿਰ ਆਉਂਦਾ ਹੈ ਮੱਧ ਭਾਗ ਜੋ ਵਿੱਚ ਵਾਲਾ ਹਿੱਸਾ ਹੁੰਦਾ ਹੈ, ਮਿਡਲ ਪਾਰਟ ਹੁੰਦਾ ਹੈ। ਫਿਰ ਅੰਤਲਾ ਭਾਗ ਜੋ ਐਂਡਿੰਗ ਲਾਈਨਸ ਹੁੰਦੀਆਂ ਹਨ। ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਆਰੰਭ ਭਾਗ ਪੜ੍ਹਨ ਲੱਗੇ ਹਾਂ। ਉੱਪਰ ਖੱਬੇ ਪਾਸੇ ਸਭ ਤੋਂ ਪਹਿਲਾਂ ਲਿਖਾਂਗੇ ਸੇਵਾ ਵਿਖੇ। ਫਿਰ ਉਸਦੇ ਨੀਚੇ ਉਸ ਪਰਸਨ ਦਾ ਨਾਂ ਜਿਸ ਨੂੰ ਤੁਸੀਂ ਬਿਨੈ ਪੱਤਰ ਲਿਖ ਰਹੇ ਹੋ, ਇੱਥੇ ਬਿਨੈ ਪੱਤਰ ਲਿਖ ਰਹੇ ਹੋ ਪ੍ਰਿੰਸੀਪਲ ਸਾਹਿਬਾਂ ਨੂੰ, ਪ੍ਰਿੰਸੀਪਲ ਸਾਹਿਬਾਂ। ਫਿਰ ਸਕੂਲ ਦਾ ਨਾਮ ਆਏਗਾ। ਸਿਚੁਏਸ਼ਨ ਵਿੱਚ ਜੋ ਤੁਹਾਨੂੰ ਸਕੂਲ ਦਾ ਨਾਮ ਦਿੱਤਾ ਹੈ ਤੁਸੀਂ ਉਹੀ ਨੇਮ ਲਿਖਣਾ ਹੈ। ਸਿਚੁਏਸ਼ਨ ਵਿੱਚ ਲਿਖਿਆ ਹੈ MGN ਪਬਲਿਕ ਸਕੂਲ। ਉਸਦੇ ਨੀਚੇ ਉਹ ਸਕੂਲ ਕਿਹੜੇ ਸ਼ਹਿਰ ਵਿੱਚ ਹੈ, ਉਸ ਸ਼ਹਿਰ ਦਾ ਨਾਮ ਆਏਗਾ। ਜਲੰਧਰ ਵਿੱਚ ਸਿਚੁਏਸ਼ਨ ਵਿੱਚ ਲਿਖਿਆ ਹੋਇਆ ਹੈ ਜਲੰਧਰ, ਇੱਥੇ ਅਸੀਂ ਜਲੰਧਰ ਲਿਖਾਂਗੇ। ਨੈਕਸਟ ਆਏਗਾ ਮਿਤੀ। ਮਿਤੀ ਤੁਸੀਂ ਉਹ ਲਿਖਣੀ ਹੈ ਜਿਸ ਦਿਨ ਤੁਸੀਂ ਇਹ ਬਿਨੈ ਪੱਤਰ ਲਿਖ ਰਹੇ ਹੋ। 11 ਮਈ 2021। ਬੇਟੇ ਮਿਤੀ ਲਿਖਣ ਦਾ ਪੈਟਰਨ ਦੇਖੋ, ਅੱਗੇ 11 ਫਿਰ ਮੰਥ ਆਏਗਾ, ਤੁਸੀਂ ਮੰਥ ਪੰਜਾਬੀ ਵਿੱਚ ਲਿਖਣਾ ਹੈ। ਕਿਸੇ ਨੇ ਇੰਗਲਿਸ਼ ਵਿੱਚ MAY ਮਾਈ ਨਹੀਂ ਲਿਖਣਾ। ਮੰਮਾ ਈੜੀ ਨੂੰ ਬਿਹਾਰੀ, ਪੰਜਾਬੀ ਵਿੱਚ ਮਈ ਲਿਖਿਆ ਹੋਇਆ ਹੈ, ਤੁਸੀਂ ਮਹੀਨੇ ਦਾ ਨਾਮ ਪੰਜਾਬੀ ਵਿੱਚ ਲਿਖਣਾ ਹੈ। ਫਿਰ ਸਾਲ। ਠੀਕ ਹੈ। ਉਸ ਤੋਂ ਬਾਅਦ ਸਬਜੈਕਟ ਆਏਗਾ ਵਿਸ਼ਾ। ਇੱਥੇ ਕੀ ਸਬਜੈਕਟ ਹੈ? ਆਚਰਣ ਸਰਟੀਫਿਕੇਟ ਲੈਣ ਸੰਬੰਧੀ। ਅਸੀਂ ਆਚਰਣ ਸਰਟੀਫਿਕੇਟ, ਕਰੈਕਟਰ ਸਰਟੀਫਿਕੇਟ ਲੈਣਾ ਹੈ। ਉਸ ਤੋਂ ਬਾਅਦ ਮੈਮ ਨੂੰ ਐਡਰੈਸ ਕਰਦੇ ਹੋਏ ਤੁਸੀਂ ਲਿਖੋਗੇ ਸ਼੍ਰੀਮਤੀ ਜੀ, ਜੇਕਰ ਮੇਲ ਪ੍ਰਿੰਸੀਪਲ ਹੈ ਤਾਂ ਸ਼੍ਰੀਮਾਨ ਜੀ। ਫਿਰ ਮੱਧ ਭਾਗ ਜੋ ਮਿਡ ਵਾਲਾ ਪਾਰਟ ਹੈ ਉਹ ਸਟਾਰਟ ਹੋਏਗਾ। ਮਿਡ ਭਾਗ ਕਿੱਥੋਂ ਸ਼ੁਰੂ ਹੋ ਰਿਹਾ ਹੈ? ਸਨਿਮਰ ਤੋਂ। ਠੀਕ ਹੈ। ਸਨਿਮਰ ਬੇਨਤੀ ਹੈ ਕਿ, ਸਨਿਮਰ ਕੀ ਹੁੰਦਾ ਹੈ? ਪੋਲਾਈਟਲੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹਾਂ। ਵਿਦਿਆਰਥੀ ਸਟੂਡੈਂਟ। ਪਹਿਲੀ ਲਾਈਨ ਵਿੱਚ ਅਸੀਂ ਆਪਣੀ ਥੋੜੀ ਜਿਹੀ ਇੰਟਰੋਡਕਸ਼ਨ ਦੱਸ ਰਹੇ ਹਾਂ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇੱਕ ਬੈਂਕ ਵਿੱਚ ਕੰਮ ਕਰਦੇ ਹਨ। ਮੇਰੇ ਪਿਤਾ ਜੀ ਇੱਕ ਬੈਂਕ ਵਿੱਚ ਕੰਮ ਕਰਦੇ ਹਨ। ਉਹਨਾਂ ਦੀ ਬਦਲੀ ਜਲੰਧਰ ਤੋਂ ਅੰਬਾਲਾ ਹੋ ਗਈ ਹੈ। ਉਹਨਾਂ ਦੀ ਬਦਲੀ ਕੀ ਹੁੰਦਾ ਹੈ? ਟਰਾਂਸਫਰ। ਜਦੋਂ ਜੌਬ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂ ਦੂਸਰੇ ਸ਼ਹਿਰ ਵਿੱਚ ਹੋ ਜਾਂਦੀ ਹੈ ਚੇਂਜ, ਤਾਂ ਉਸਨੂੰ ਟਰਾਂਸਫਰ ਜਾਂ ਬਦਲੀ ਕਹਿੰਦੇ ਹਾਂ। ਇੱਥੇ ਮੇਰੇ ਪਿਤਾ ਜੀ ਦੀ ਬਦਲੀ ਕਿੱਥੇ ਹੋ ਗਈ ਹੈ? ਜਲੰਧਰ ਤੋਂ ਅੰਬਾਲਾ। ਯਾਨੀ ਕਿ ਪਹਿਲਾਂ ਪਾਪਾ ਦੀ ਬਦਲੀ ਜਲੰਧਰ ਵਿੱਚ ਸੀ, ਹੁਣ ਟਰਾਂਸਫਰ ਅੰਬਾਲਾ ਸ਼ਹਿਰ ਵਿੱਚ ਹੋ ਗਈ ਹੈ। ਮੈਨੂੰ ਆਪਣੇ ਪਰਿਵਾਰ ਦੇ ਨਾਲ ਅੰਬਾਲਾ ਜਾਣਾ ਪਵੇਗਾ। ਹੁਣ ਜੋ ਸਟੂਡੈਂਟ ਹੈ ਉਹ ਵੀ ਆਪਣੇ ਪੇਰੈਂਟਸ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਉਸੇ ਸ਼ਹਿਰ ਵਿੱਚ ਹੀ ਚਲਾ ਜਾਵੇਗਾ ਜਿੱਥੇ ਉਹਨਾਂ ਦੀ ਬਦਲੀ ਹੋਈ ਹੈ। ਹੁਣ ਮੈਨੂੰ ਵੀ ਪਰਿਵਾਰ ਦੇ ਨਾਲ ਅੰਬਾਲਾ ਜਾਣਾ ਪਵੇਗਾ ਅਤੇ ਅੰਬਾਲਾ ਦੇ ਹੀ ਇੱਕ ਸਕੂਲ ਵਿੱਚ ਦਾਖਲਾ ਲੈਣਾ ਪਵੇਗਾ। ਬੇਟੇ ਚੈੱਕ ਯੂਅਰ ਮਾਈਕ। ਫਤਿਹਦੀਪ, ਫਤਿਹਦੀਪ ਮਿਊਟ ਯੂਅਰਸੈਲਫ। ਮੈਨੂੰ ਆਪਣੇ ਪਰਿਵਾਰ ਦੇ ਨਾਲ ਅੰਬਾਲਾ ਜਾਣਾ ਪਵੇਗਾ ਤੇ ਅੰਬਾਲਾ ਦੇ ਹੀ ਇੱਕ ਸਕੂਲ ਵਿੱਚ ਦਾਖਲਾ ਲੈਣਾ ਪਵੇਗਾ। ਦਾਖਲਾ ਐਡਮਿਸ਼ਨ, ਯਾਨੀ ਕਿ ਹੁਣ ਮੈਂ ਜਲੰਧਰ ਤੁਹਾਡੇ ਸਕੂਲ ਵਿੱਚ ਪੜ੍ਹ ਰਿਹਾ ਹਾਂ। ਜਦੋਂ ਮੈਂ ਆਪਣੇ ਪਾਪਾ ਦੇ ਨਾਲ, ਆਪਣੇ ਪਿਤਾ ਜੀ ਦੇ ਨਾਲ ਅੰਬਾਲਾ ਚਲੇ ਜਾਣਾ ਹੈ ਤਾਂ ਮੈਨੂੰ ਅੰਬਾਲਾ ਦੇ ਕਿਸੇ ਸਕੂਲ ਵਿੱਚ ਐਡਮਿਸ਼ਨ ਲੈਣੀ ਪਏਗੀ। ਉਸ ਦੇ ਲਈ ਮੈਨੂੰ ਆਚਰਣ ਸਰਟੀਫਿਕੇਟ ਚਾਹੀਦਾ ਹੈ। ਆਚਰਣ ਸਰਟੀਫਿਕੇਟ, ਕਰੈਕਟਰ ਸਰਟੀਫਿਕੇਟ। ਇਸ ਲਈ ਕਿਰਪਾ ਕਰਕੇ ਮੈਨੂੰ ਆਚਰਣ ਸਰਟੀਫਿਕੇਟ ਦੇ ਦਿੱਤਾ ਜਾਵੇ ਤਾਂ ਜੋ ਮੈਂ ਅੰਬਾਲਾ ਦੇ ਸਕੂਲ ਵਿੱਚ ਦਾਖਲਾ ਲੈ ਸਕਾਂ, ਦਾਖਲਾ ਐਡਮਿਸ਼ਨ ਲੈ ਸਕਾਂ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ। ਅਤਿ ਦੀ ਸਪੈਲਿੰਗ ਦੇਖੋ, ਐੜਾ ਤੱਤੇ ਨੂੰ ਸਿਹਾਰੀ, ਅਤਿ।
ਧੰਨਵਾਦੀ ਵਿੱਚ ਧੱਦੇ ਉੱਪਰ ਟਿੱਪੀ ਆਉਣੀ ਹੈ, ਕੋਈ ਨਹੀਂ ਪਾਉਂਦਾ। ਧੱਦੇ ਤੇ ਟਿੱਪੀ ਨੰਨਾ ਧਨ, ਵਾਵੇ ਨੂੰ ਕੰਨਾ ਦੱਦਾ ਬਿਹਾਰੀ ਦੀ ਧੰਨਵਾਦੀ ਹੋਵਾਂਗਾ। ਇਹ ਹੈ ਮੱਧ ਭਾਗ। ਇਸ ਤੋਂ ਬਾਅਦ ਅੰਤਲਾ ਭਾਗ ਜੋ ਐਂਡਿੰਗ ਪਾਰਟ ਹੈ ਉਹ ਸ਼ੁਰੂ ਹੋਏਗਾ। ਸੁਖਵੀਰ ਸਿੰਘ, ਸੁਖਵੀਰ ਸਿੰਘ ਬੇਟੇ ਚੈੱਕ ਯੂਰ ਮਾਈਕ। ਆਪ ਜੀ ਦਾ ਆਗਿਆਕਾਰੀ ਵਿਦਿਆਰਥੀ, ਆਗਿਆਕਾਰੀ ਜੋ ਆਗਿਆ ਮੰਨਦਾ ਹੈ। ਉਸ ਤੋਂ ਨੈਕਸਟ ਲਾਈਨ ਵਿੱਚ ਵਿਦਿਆਰਥੀ ਦਾ ਨਾਮ ਆਏਗਾ। ਸਿਚੁਏਸ਼ਨ ਵਿੱਚ ਵਿਦਿਆਰਥੀ ਦਾ ਨਾਮ ਕੀ ਦਿੱਤਾ ਹੋਇਆ ਹੈ? ਯੁਵਰਾਜ। ਫਿਰ ਵਿਦਿਆਰਥੀ ਦੀ ਜਮਾਤ ਆਏਗੀ, ਉੱਪਰ ਸਿਚੁਏਸ਼ਨ ਵਿੱਚ ਉਸਦੀ ਜਮਾਤ ਚੌਥੀ ਦੱਸੀ ਗਈ ਹੈ। ਫਿਰ ਰੋਲ ਨੰਬਰ ਆਏਗਾ। ਠੀਕ ਹੈ, ਹੁਣ ਬੇਟੇ ਧਿਆਨ ਨਾਲ ਦੇਖੋ, ਇਸ ਦੇ ਵਿੱਚ ਲੈਟਰ ਦੇ 3 ਹਿੱਸੇ ਹਨ, ਸਟਾਰਟਿੰਗ ਪਾਰਟ, ਮਿਡ ਪਾਰਟ ਤੇ ਐਂਡਿੰਗ ਪਾਰਟ। ਸਟਾਰਟਿੰਗ ਪਾਰਟ ਮਤਲਬ ਆਰੰਭ ਭਾਗ, ਮਿਡ ਵਾਲਾ ਹਿੱਸਾ ਮੱਧ ਭਾਗ, ਮੱਧ ਮਤਲਬ ਸੈਂਟਰ ਵਿੱਚ ਜੋ ਹੋਵੇ, ਮਿਡ ਵਿੱਚ ਜੋ ਹੋਵੇ, ਤੇ ਐਂਡਿੰਗ ਪਾਰਟ ਜੋ ਅੰਤਲਾ ਹਿੱਸਾ ਹੁੰਦਾ ਹੈ, ਐਂਡ ਵਾਲਾ ਹਿੱਸਾ ਹੁੰਦਾ ਹੈ। ਓਕੇ, ਮੰਨ ਲਓ ਜੇਕਰ ਮੈਂ ਤੁਹਾਨੂੰ ਕਹਾਂ ਕਿ ਸਿਰਫ ਆਰੰਭ ਭਾਗ ਲਿਖੋ, ਇਸ ਲੈਟਰ ਦਾ ਸਿਰਫ ਆਰੰਭ ਭਾਗ ਲਿਖੋ, ਤਾਂ ਤੁਸੀਂ ਪਹਿਲੀਆਂ 7 ਜੋ ਸਟੈਪ ਨੇ ਸਿਰਫ ਇਹੀ ਲਿਖੋਗੇ। ਜੇਕਰ ਮੈਮ ਕਹਿ ਰਹੇ ਨੇ ਤੁਸੀਂ ਮੱਧ ਭਾਗ ਲਿਖੋ, ਤਾਂ ਤੁਸੀਂ ਸਿਰਫ ਮੱਧ ਭਾਗ ਲਿਖਣਾ ਹੈ। ਸਨਿਮਰ ਬੇਨਤੀ ਤੋਂ ਲੈ ਕੇ ਮੈਂ ਆਪ ਜੀ ਦਾ ਅੰਤ ਧੰਨਵਾਦੀ ਹੋਵਾਂਗਾ। ਜੇਕਰ ਮੈਮ ਕਹਿ ਰਹੇ ਨੇ ਸਿਰਫ ਅੰਤਲਾ ਭਾਗ ਲਿਖੋ, ਐਂਡ ਵਾਲਾ ਹਿੱਸਾ ਲਿਖੋ, ਤਾਂ ਤੁਸੀਂ ਲਾਸਟ ਵਾਲੇ 4 ਸਟੈਪ ਹੀ ਲਿਖੋਗੇ। ਠੀਕ ਹੈ, ਅੱਜ ਮੈਮ ਨੇ ਕੀ ਸਮਝਾਇਆ ਕਿ ਪੂਰੇ ਲੈਟਰ ਦੇ ਵਿੱਚ 3 ਭਾਗ ਹੁੰਦੇ ਨੇ, ਆਰੰਭ, ਮੱਧ ਭਾਗ, ਅੰਤਲਾ ਭਾਗ। ਜੇਕਰ ਤੁਸੀਂ ਪੂਰੀ ਲੈਟਰ ਲਿਖਣੀ ਹੈ ਤਾਂ ਤੁਸੀਂ ਤਿੰਨੋਂ ਹਿੱਸੇ ਹੀ ਲਿਖੋਗੇ। ਮੰਨ ਲਓ ਮੈਮ ਨੇ ਸਿਰਫ ਇੱਕ ਹਿੱਸਾ ਲਿਖਣ ਨੂੰ ਕਹਿ ਦਿੱਤਾ ਕਿ ਮੱਧ ਭਾਗ ਲਿਖੋ, ਤਾਂ ਤੁਸੀਂ ਸਿਰਫ ਵਿੱਚ ਵਾਲਾ ਹਿੱਸਾ ਲਿਖੋਗੇ। ਉੱਪਰਲਾ ਆਰੰਭ ਭਾਗ ਤੇ ਐਂਡ ਵਾਲਾ ਆਪ ਜੀ ਦਾ ਆਗਿਆਕਾਰੀ ਵਿਦਿਆਰਥੀ ਨਾਮ ਜਮਾਤ ਸੈਕਸ਼ਨ ਇਹ ਨਹੀਂ ਲਿਖੋਗੇ। ਜੇਕਰ ਮੈਮ ਕਹਿ ਰਹੇ ਨੇ ਸਿਰਫ ਆਰੰਭ ਭਾਗ ਤੇ ਅੰਤਲਾ ਭਾਗ ਲਿਖੋ, ਤਾਂ ਉੱਪਰ ਵਾਲੇ 7 ਸਟੈਪ ਤੇ ਐਂਡ ਵਾਲੇ 4 ਸਟੈਪ। ਠੀਕ ਹੈ, ਸਿਰਫ ਇੰਨਾ ਹੀ ਲਿਖਣਾ ਹੈ। ਕਲੀਅਰ? ਹਾਂਜੀ ਬੇਟੇ, ਅੱਜ ਅਸੀਂ 31 ਤੋਂ ਲੈ ਕੇ 40 ਤੱਕ ਗਿਣਤੀ ਕੀਤੀ, ਪਲੱਸ ਇੱਕ ਬਿਨੇ ਪੱਤਰ ਲਿਖੇ ਪੜ੍ਹੇ ਹਾਂ ਕਿ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ, ਪੜ੍ਹਿਆ ਹੈ ਕਿ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਆਚਰਣ ਸਰਟੀਫਿਕੇਟ ਲੈਣ ਵਾਸਤੇ ਬਿਨੇ ਪੱਤਰ ਲਿਖੋ। ਆਚਰਣ ਸਰਟੀਫਿਕੇਟ ਕੀ ਹੁੰਦਾ ਹੈ? ਕਿਹੜਾ ਬੱਚਾ ਖੁਦ ਨੂੰ ਅਨਮਿਊਟ ਕਰਕੇ ਦੱਸੇਗਾ? ਚਲੋ ਪੁੱਛਦੇ ਹਾਂ। ਅਗਮਜੋਤ ਸਿੰਘ, ਅਗਮਜੋਤ ਸਿੰਘ ਦੱਸੋ ਬੇਟੇ, ਕਰੈਕਟਰ ਆਚਰਣ ਸਰਟੀਫਿਕੇਟ ਕੀ ਹੁੰਦਾ ਹੈ?